ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਇਸ ਚੈਨਲ ਤੇ ਜਿਸ ਦਾ ਨਾਮ ਹੈ ਹੈਵਨ ਹੈਲਥ ਐਂਡ ਇਨੋਵੇਸ਼ਨ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 19th ਜੂਨ 2021 ਜਿਹੜਾ ਐਗਜ਼ਾਮ ਹੋਇਆ ਸੀ ਅੱਜ ਦਾ ਉਸ ਦਾ ਰਾਈਟਿੰਗ ਟੈਸਟ ਦਾ ਸੋਲੂਸ਼ਨ ਤੇ ਰੀਡਿੰਗ ਐਂਡ ਲਿਸਨਿੰਗ ਦਾ ਰਿਵਿਊ ਵੀ ਉਸ ਵਿੱਚ ਕੀ ਕੁਝ ਆਇਆ ਸੀ ਤੇ ਕਿਸ ਲੈਵਲ ਆਇਆ ਸੀ। ਠੀਕ ਹੈ, ਤਾਂ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਅੱਗੇ ਲੀਡ ਕਰਦੇ ਹਾਂ। ਹਾਂਜੀ, ਆਪਣਾ ਜਿਹੜਾ ਟਾਸਕ ਹੈਗਾ ਸਭ ਤੋਂ ਪਹਿਲਾਂ ਹੈਗਾ ਰੀਡਿੰਗ ਤੇ ਲਿਸਨਿੰਗ ਨੂੰ ਲੈ ਕੇ, ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਰਿਵਿਊ ਕੀਤਾ ਸੀਗਾ ਤਾਂ ਰੀਡਿੰਗ ਦੇ ਵਿੱਚ ਪੈਸੇਜ 1 ਇਕੋਪੀਆ ਨਾਮ ਦਾ ਪੈਸੇਜ ਆਇਆ ਸੀਗਾ ਜਿਹਦੇ ਬਾਰੇ ਨੌਲੇਜ ਮਿਲੀ ਹੈ। ਉਹਦੇ ਵਿੱਚ ਨਾਟ ਗਿਵਨ ਟਰੂ ਫਾਲਸ ਕੁਐਸਚਨ ਆਇਆ ਸੀ, ਬਲੈਂਕਸ ਆਈਆਂ ਸੀਗਾ ਤੇ ਕੰਪਲੀਟ ਦਾ ਟੇਬਲ ਕਿ ਟੇਬਲ ਦਿੱਤਾ ਹੁੰਦਾ ਜਿਹਦੇ ਵਿੱਚ ਕੁਝ ਬਲੈਂਕਸ ਟਾਈਪ ਕੁਐਸਚਨ ਹੀ ਹੁੰਦੇ ਆ ਤੇ ਉਹ ਸਭ ਕੁਝ ਆਇਆ ਸੀਗਾ। ਐਸਏ 2 ਦੇ ਵਿੱਚ ਆਪਾਂ ਨੂੰ ਆਇਆ ਸੀਗਾ ਚੂਜ਼ਸ, ਮਤਲਬ ਕਿ ਆਪਾਂ ਦੋ ਕੁਐਸਚਨ ਚੂਜ਼ ਕਰਨੇ ਹੁੰਦੇ ਆ ਆਊਟ ਆਫ ਦਾ ਮਲਟੀਪਲ ਕੁਐਸਚਨਸ, multiple options and headings ਆਏ ਸੀ ਆਪਾਂ ਨੂੰ ਤੇ MCQs ਆਏ ਸੀਗੇ। ਪੈਸੇਜ 3 ਦੇ ਵਿੱਚ ਆਪਾਂ ਨੂੰ find information, ਮਤਲਬ ਕਿ which para contains which kind of information, ਆਪਾਂ ਪੈਰਾਗ੍ਰਾਫ ਫਾਈਂਡ ਕਰਨੇ ਸੀਗੇ ਤੇ ਇਵਨ ਆਪਾਂ ਨੂੰ ਬਲੈਂਕਸ ਵੀ ਦਿੱਤੀਆਂ ਸੀਗੀਆਂ। ਸੋ ਦਿਸ ਵਾਸ ਦਾ ਰੀਡਿੰਗ ਰਿਵਿਊ ਐਂਡ ਰੀਡਿੰਗ ਦੀ ਓਵਰਆਲ ਗੱਲ ਕਰੀਏ ਤਾਂ ਰੀਡਿੰਗ ਹੈ ਜਿਹੜੀ I would not say ਕਿ easy ਆਈ ਸੀ ਜਾਂ tough ਆਈ ਸੀ, depends on the type of the students, ਜਿਨ੍ਹਾਂ ਨੂੰ ਜਿਹੜੀ ਟਾਈਪ ਦੇ ਕੁਐਸਚਨ ਈਜ਼ੀ ਜਾਂ ਟਫ ਲੱਗਦੇ ਆ ਉਸ ਤਰ੍ਹਾਂ ਦੀ ਰੀਡਿੰਗ ਉਹਨਾਂ ਨੂੰ ਲੱਗੀ ਹੋਊਗੀ। ਬਟ ਓਵਰਆਲ ਜੇਕਰ ਮੈਂ ਫਿਰ ਵੀ ਦੱਸਾਂ ਤਾਂ ਰੀਡਿੰਗ ਮੋਡਰੇਟ ਆਈ ਸੀ, ਇਟ ਵਾਸ ਨਾਟ ਈਜ਼ੀ ਰੀਡਿੰਗ। ਸੋ ਲਿਸਨਿੰਗ ਦੀ ਗੱਲ ਕਰਦੇ ਆ। ਲਿਸਨਿੰਗ ਦੇ ਵਿੱਚ ਸੈਕਸ਼ਨ 1 ਵਿੱਚ ਬਲੈਂਕਸ ਆਈਆਂ ਸੀਗੀਆਂ, ਵਨ ਵਰਡ ਬਲੈਂਕ ਸੀਗਾ, ਇਟ ਵਾਸ ਕੁਆਇਟ ਈਜ਼ੀ। ਸੈਕਸ਼ਨ 2 ਦੇ ਵਿੱਚ ਮੈਪ ਆਇਆ ਸੀ ਪਲੱਸ ਲੈਕਟਰਸ ਆਏ ਸੀਗੇ, ਮਤਲਬ ਕਿ ਚੂਜ਼ਰਸ ਆਏ ਸੀਗੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੈਕਸ਼ਨ 3 ਦੇ ਵਿੱਚ ਲਾਰਜ MCQs ਦੇ ਆਏ ਸੀਗੇ, ਕਿ MCQs ਸੀਗੇ ਬਟ ਥੋੜੀ ਜਿਹੀ ਲਾਈਨ ਹੈ ਜਿਹੜੀ MCQ ਦਾ ਸਾਈਜ਼ ਸੀ ਕਾਫੀ ਲੈਂਥੀ ਸੀਗਾ। ਤੇ ਸੈਕਸ਼ਨ 4 ਦੇ ਵਿੱਚ ਅਗੇਨ ਬਲੈਂਕਸ ਆਈਆਂ ਸੀ ਜੋ ਕਿ ਈਜ਼ੀ ਸੀਗਾ। ਸੋ ਲਿਸਨਿੰਗ ਹੈ ਜਿਹੜੀ ਇਟ ਵਾਸ ਲਿਟਲ ਬਿਟ ਈਜ਼ੀ ਐਂਡ ਲਿਟਲ ਬਿਟ ਮੋਡਰੇਟ। ਮੀਨਸ ਆਪਾਂ ਇਹਨੂੰ ਕੰਪਲੀਟਲੀ ਮੋਡਰੇਟ ਵੀ ਨਹੀਂ ਕਹਿ ਸਕਦੇ ਤੇ ਵੈਰੀ ਈਜ਼ੀ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ, ਇਟ ਵਾਸ ਅ ਮਿਕਸਚਰ ਆਫ ਬੋਥ। ਸੋ ਨਾਓ ਲੀਡਿੰਗ ਟੂ ਦਾ ਰਾਈਟਿੰਗ ਟਾਸਕ। ਰਾਈਟਿੰਗ ਟਾਸਕ 1 ਹੈ ਜਿਹੜਾ ਲਾਈਨ ਗ੍ਰਾਫ ਆਇਆ ਸੀਗਾ ਤੇ ਰਾਈਟਿੰਗ ਟਾਸਕ 2 ਹੈ ਜਿਹੜਾ ਹੁਣ ਜਿਹਦੇ ਉੱਪਰ ਸਭ ਦੀ ਨਿਗਾਹ ਹੁੰਦੀ ਹੈ, ਲੈਟਸ ਟਾਕ ਅਬਾਊਟ ਦਾ ਰਾਈਟਿੰਗ ਟਾਸਕ 2। ਇਹ ਕਿਹੜਾ ਆਇਆ ਸੀਗਾ, ਹੁਣ ਮੈਂ ਇੱਥੇ ਆਪਣੀ ਸਪੀਡ ਥੋੜੀ ਜਿਹੀ ਸਲੋ ਕਰ ਲੈਣਾ ਕਿਉਂਕਿ ਮੈਂ ਰਾਈਟਿੰਗ ਟਾਸਕ 2 ਜਿਹੜਾ ਇੱਕ ਵਾਰੀ ਸੋਲਵ ਕਰਦਾ ਤਾਂ ਇਸ ਵਾਰੀ ਵੀ ਰਾਈਟਿੰਗ ਟਾਸਕ 2 ਸੋਲਵ ਕੀਤਾ। ਤੁਸੀਂ ਬਹੁਤ ਕੁਝ ਲਰਨ ਕਰ ਸਕਦੇ ਹੋ, ਵੋਕੈਬ ਲਰਨ ਕਰ ਸਕਦੇ ਹੋ, you can learn the sentence structure, you can learn the way I attempted the task, and you can even learn how to write this type of essays. Okay, writing task 2 ਦੇ ਵਿੱਚ ਆਪਾਂ ਕੀਤਾ some people think that newspaper are the best media to learn and get information from, while others believe that the internet is a better source. ਪਹਿਲੇ ਲੋਕ ਕਹਿ ਰਹੇ ਵੀ ਕਿਤਾਬਾਂ ਵਧੀਆ, ਸੌਰੀ ਅਖਬਾਰਾਂ ਨੂੰ ਵਧੀਆ ਕਹਿ ਰਹੇ ਤੇ ਦੂਜੇ ਲੋਕ ਕਹਿ ਰਹੇ ਵੀ ਇਸ ਕੰਮ ਲਈ ਇੰਟਰਨੈਟ ਜ਼ਿਆਦਾ ਵਧੀਆ ਹੈਗਾ। ਠੀਕ ਹੈ, discuss both views and give your opinion. So I will move to the solution part now. ये solution part पर lead करते हैं। Some people think that newspaper are the best media, ਜਿਵੇਂ ਕਿ ਆਪਾਂ ਵਿੱਚ ਐਕਸਪਲੇਨ ਕਰਕੇ ਆਏ ਹਾਂ। ਇਹਦੇ ਵਿੱਚ ਆਪਾਂ ਪਹਿਲਾਂ ਧਿਆਨ ਨਾਲ ਇਹਨੂੰ ਅੰਡਰਸਟੈਂਡ ਕਰ ਲਈਏ ਤਾਂ ਡਿਸਕਸ ਬੋਥ ਵਿਊ ਐਂਡ ਗਿਵ ਯੂਰ ਓਪੀਨੀਅਨ ਇਸ ਵਿੱਚ ਮੇਨ ਪੋਰਸ਼ਨ ਜਿਹੜਾ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਆਪਾਂ ਦੇਖੀਏ ਵੀ ਝਗੜਾ ਕਹਿ ਲਿਓ ਜਾਂ ਬਹਿਸਬਾਜ਼ੀ ਦੋ ਧਿਰਾਂ ਦੇ ਵਿੱਚ ਕਿਸ ਗੱਲ ਤੇ ਹੋ ਰਹੀ ਹੈ। ਤਾਂ ਪਹਿਲੇ ਲੋਕ ਕਹਿ ਰਹੇ ਆ ਕਿ ਨਿਊਜ਼ਪੇਪਰ ਹੈ ਉਹ ਬੈਸਟ ਮੀਡੀਆ ਹੈ ਕੁਝ ਲਰਨ ਕਰਨ ਦਾ ਤੇ ਇਨਫੋਰਮੇਸ਼ਨ ਲੈਣ। ਦੂਜੇ ਕਹਿ ਰਹੇ ਵੀ ਇੰਟਰਨੈਟ ਜ਼ਿਆਦਾ ਵਧੀਆ ਹੈ। ਇਹਦੇ ਵਿੱਚ ਮੇਨ ਮੁੱਦਾ ਕੀ ਹੈ, ਕੁਝ ਲੋਕ ਨਿਊਜ਼ਪੇਪਰ ਨੂੰ ਵਧੀਆ ਕਹਿ ਰਹੇ, ਕੁਝ ਲੋਕ ਇੰਟਰਨੈਟ ਨੂੰ ਵਧੀਆ ਕਹਿ ਰਹੇ ਹੈ, ਬਟ ਮੁੱਦਾ ਕੀ ਹੈ, ਮੁੱਦਾ ਹੈਗਾ ਕਿ ਲਰਨ ਕਰਨਾ ਤੇ ਇਨਫੋਰਮੇਸ਼ਨ ਲੈਣਾ। that is our base of argument we can say। ਉਸ ਗੱਲ ਤੇ ਆਰਗੂਮੈਂਟ ਹੋ ਰਹੀ ਹੈ ਵੀ ਲਰਨ ਕਰਨ ਲਈ ਜਾਂ ਇਨਫੋਰਮੇਸ਼ਨ ਲੈਣ ਲਈ ਦੋਵਾਂ ਚੋਂ ਕਿਹੜੀ ਚੀਜ਼ ਵਧੀਆ। ਓਕੇ, ਤਾਂ ਉਸੇ ਤਰੀਕੇ ਨਾਲ ਮੈਂ ਦੀ ਪੈਰਾਫ੍ਰੇਜ਼ਿੰਗ ਕੀਤੀ ਹੈ। you can see that how I did the introduction। okay, so here is the introduction in front of you। ਤਾਂ ਮੈਂ ਕੁਐਸਚਨ ਕੀਤਾ ਜਿਵੇਂ ਕਿ ਪਿਛਲੀ ਵਾਰੀ ਕੀਤੀ ਸੀਗੀ, which out of the two, the newspaper or cyberspace में internet को क्या is the most preferred mode for getting aware of vicinity। vicinity की मतलब surrounding information of the surrounding information ਲੈਣ ਲਈ ਕਿਹੜੀ ਚੀਜ਼ ਵਧੀਆ ਹੈ, ਨਿਊਜ਼ਪੇਪਰ ਵਧੀਆ ਹੈ ਜਾਂ ਫਿਰ ਸਾਈਬਰ ਸਪੇਸ ਵਧੀਆ ਹੈ। ਆਪਾਂ ਨੂੰ ਇਹਦੇ ਬਾਰੇ ਡਿਸਕਸ਼ਨ ਕਰਨਾ।
थीसिस स्टेटमेंट देख लो, पहली अपनी पैराफ्रेजिंग सी जिहड़ी विच ऑफ द टू वाली, unquestionably the information rendered through print media is more reliable than all other sources। तो देखो मैं पहली लाइन ਨੂੰ ਜਸਟੀਫਾਈ ਕਿਵੇਂ ਕੀਤਾ ਹੈਗਾ ਥੀਸਿਸ ਦੇ ਥਰੂ ਕਿ ਉਹਨਾਂ ਨੇ ਉੱਥੇ ਪ੍ਰਿੰਟ ਮੀਡੀਆ ਨੂੰ ਬੈਸਟ ਕਿਹਾ ਹੈ ਨਾ, ਉਵੇਂ ਮੈਂ ਇੱਥੇ ਨੂੰ more reliable than all other sources, ਤਾਂ ਮੈਨੂੰ ਬੈਸਟ ਦੇ ਜਿਹੜੀ ਮੀਨਿੰਗ ਹੈ ਉਹ ਇੱਥੇ ਕਲੀਅਰ ਕਰਤਾ ਹੈ। Unquestionably, the information rendered through print media is more reliable than all other sources. Despite that, इसके बावजूद भी I favor the latter notion of using the internet। तो मैं दूसरा notion ਨੂੰ follow करूंगा। केड़ा notion है internet use करने वाले? Because of the fast access, क्योंकि ये fast बहुत है, along with broader exploration of the world। इस तो अलावा ਆਪਾਂ ਇਹਨੂੰ broader ਇਸ ਦੀ ਜਿਹੜੀ exploration ਹੈ world ਦੀ ਆਪਾਂ broader level ਤੇ ਕਰ ਸਕਦੇ, मतलब कि ज्यादा सीख सकते हैं किताबां नालों इंटरनेट ऊपर, क्योंकि किताबां ऊपर लिमिटेड चीज दी होती है, इंटरनेट ऊपर अनलिमिटेड चीज दी होती है। ਤੇ मैं किवें क्लीयर करूंगा ਇਹਨਾਂ आइडियाज ਨੂੰ देख लो, तीन आइडियाज मैं ਦਿੱਤੇ है। पहला आइडिया उस ਦੇ ਵੀ फेवर ਵਿੱਚ ਜਿਹਨੂੰ मैं नहीं फेवर करता, ठीक है। ਤਾਂ दूजा आइडिया ਜਿਹੜਾ बाकी दो आइडिया उस फेवर ਵਿੱਚ ਜਿਹਨੂੰ मैं फेवर करता ਪਿਆ ਤੇ मेरा ओपीनियन भी ਉਹਨਾਂ ਦੇ ਵਿੱਚ ही छुपਿਆ हो। पहला पॉइंट है, पहला पॉइंट ਤੁਸੀਂ क्लियरली देख सकते हो कि ਜਿਹੜਾ फर्स्ट पॉइंट है दैट इज BP1 फॉर्मर व्यू। ओके, फॉर्मर व्यू मींस ऑपोजिट व्यू ਜਿਹਨੂੰ ਮੈਂ ਨਹੀਂ ਮੰਨਿਆਗਾ, ਇਹਨੂੰ ਮੈਂ ਐਕਸੈਪਟ ਨਹੀਂ ਕੀਤਾਗਾ। ਮੈਂ ਥੀਸਿਸ ਦੇ ਵਿੱਚ ਬਿਲਕੁਲ ਇਹ ਗੱਲ ਕਲੀਅਰ ਕੀਤੀ ਹੈ ਕਿ ਮੈਂ ਲੈਟਰ व्यू ਨੂੰ ਸਪੋਰਟ ਕਰਦਾ ਪਿਆ, ਤਾਂ ਫਾਰਮਰ व्यू ਮੇਰੇ ਲਈ ऑपोजिट व्यू ਹੋ ਜਾਊ, ठीक है। ਤਾਂ ऑपोजिट मींस ਇਹਦੇ ਬਾਰੇ ਮੈਂ ਨਹੀਂ ਗੱਲ ਕਰ ਰਿਹਾ, ਇਹਦੇ ਬਾਰੇ ਕੌਣ ਗੱਲ ਕਰ ਰਿਹਾ, ਇਹਦੇ ਬਾਰੇ ਕੁਝ ਹੋਰ ਲੋਕ ਗੱਲ ਕਰਦੇ ਪਏ ਆ, ਤਾਂ ਕਰਕੇ ਇਹਦੀ ਸਟਾਰਟਿੰਗ ਇਸ ਤਰੀਕੇ ਨਾਲ ਕੀਤੀ ਹੈ। ਸਕੂਲ ਆਫ ਥਾਟ, a school of thought implies that, okay, ਜਿਹੜਾ ਸਕੂਲ ਆਫ ਥਾਟ ਹੈ ਉਹ ਇਹ ਗੱਲ ਕਹਿੰਦਾ ਹੈ, मतलब कि कुछ ਲੋਕਾਂ ਦੀ ਵਿਚਾਰਧਾਰਾ ਇਹ ਗੱਲ ਕਹਿੰਦੀ ਹੈ that reading periodicals ਇੱਕ ਮੈਗਜ਼ੀਨ ਹੁੰਦੀਆਂ ਡੇਲੀ ਬੇਸਿਸ ਤੇ ਜਿਹੜੀਆਂ ਛਪਦੀਆਂ ਉਹਨੂੰ ਆਪਾਂ ਨਿਊਜ਼ਪੇਪਰ ਨਾਲ ਰਿਲੇਟ ਕਰ ਸਕਦੇ ਹਾਂ। ਰੀਡਿੰਗ periodicals offers accuracy of the incidences, मतलब कि ਜਿਹੜੀਆਂ ਵੀ ਘਟਨਾਵਾਂ ਹੁੰਦੀਆਂ, ਜਿਹੜਾ ਵੀ ਕੁਝ ਹੁੰਦਾ ਆਪਣੇ ਆਲੇ ਦੁਆਲੇ ਉਹ ਐਕੂਰੇਟ ਵੇ ਨਾਲ ਆਪਣੇ ਸਾਹਮਣੇ ਆਉਂਦਾ ਹੈ। this is because journalists, ਇਹ ਹੁਣੇ ਕਿਉਂ ਹੁੰਦਾ ਵੀ ਇਹ ਕਿਉਂ ਆਪਾਂ ਨੂੰ ਰਿਲਾਇਬਲ ਇਨਫੋਰਮੇਸ਼ਨ ਕਿਵੇਂ ਮਿਲਦੀ ਹੈ ਜਾਂ ਕਿਉਂ ਮਿਲਦੀ ਹੈ ਆਪਾਂ ਐਕਸਪਲੇਨ ਕੀਤਾ। this is because journalists are bound to deliver the news which should not be based on false claims। ਤਾਂ ਉਹਨਾਂ ਨੂੰ ਇਹੋ ਜਿਹੀ ਨਿਊਜ਼ ਦੇਣ ਲਈ ਪਾਬੰਦ ਹੁੰਦੇ ਆ ਜਿਹੜੇ ਜਰਨਲਿਸਟਸ ਹੁੰਦੇ ਆ ਜਾਂ ਆਪਾਂ ਕਹਿ ਸਕਦੇ ਐਡੀਟਰਸ ਹੁੰਦੇ ਆ, ਠੀਕ ਹੈ, ਕਿ ਜਿਹੜੀ ਕਿ ਫਾਲਸ ਕਲੇਮ ਦੇ ਉੱਪਰ ਬੇਸਡ ਨਾ ਹੋਵੇ। ਅਖਬਾਰ ਦੇ ਵਿੱਚ ਬਹੁਤ ਰੇਅਰ ਚਾਂਸ ਹੁੰਦੀ ਕਿ ਕੋਈ ਝੂਠੀ ਖਬਰ ਛਪੀ ਹੋਊਗੀ, ਹੈ ਨਾ, ਤਾਂ ਲੋਕ ਜ਼ਿਆਦਾ ਇਹ ਤੇ ਰਿਲਾਈ ਕਰਦੇ ਕਿਉਂਕਿ ਜਿਹੜੀਆਂ ਖਬਰਾਂ ਰਿਲਾਇਬਲ ਹੁੰਦੀਆਂ। ਤਾਂ which should not be based on false claims such as false claim ਕਿਸ ਤਰ੍ਹਾਂ ਦੇ ਹੁੰਦੇ, ਸਕੈਂਡਲਸ ਹੁੰਦੇ ਕਿਸੇ ਨੂੰ ਬਦਨਾਮ ਕਰਨ ਲਈ ਕੋਈ ਅਫਵਾਹ ਦਿੱਤੀ, rumors ਅਫਵਾਹਾਂ ਹੋਣਗੀਆਂ, and defaming motives। again scandals ਤੇ defaming motives ਲਗਭਗ ਸੇਮ ਆ ਗਿਆ। unlike the demonstration given through the web, ਤਾਂ ਜਿਵੇਂ ਕਿ ਇੰਟਰਨੈਟ ਦੇ ਵਿੱਚ ਆਪਾਂ ਨੂੰ ਦਿੱਤਾ ਹੁੰਦਾ ਹੈਗਾ ਵੀ ਕਦੀ ਕਿਹਦੀ ਨਿੱਕੀ ਜਿਹੀ ਖਬਰ ਨੂੰ ਆਪਾਂ ਕਿਵੇਂ ਇਹਨਾਂ ਐਗਜ਼ੈਜੂਰੇਟ ਕਰਕੇ, ਠੀਕ ਹੈ, ਆਪਾਂ ਐਕਸਪਲੇਨ ਕਰ ਦਿੰਦੇ ਆ ਕਿ ਇੱਕ ਵਧੀਆ ਖਬਰ ਵੀ ਘਟੀਆ ਖਬਰ ਲੱਗਦੀ ਹੈ, ਇੰਜ ਲੱਗਦਾ ਵੀ ਉਹ ਹੋ ਗਿਆ ਹਨਾ। ਜਿਵੇਂ ਕਿ ਪਿੱਛੇ ਜੇ ਨਾ ਇੱਕ ਵੀਡੀਓ ਵਾਇਰਲ ਹੋਈ ਸੀ, ਹਾਲਾਂਕਿ ਉਹ ਸਕ੍ਰਿਪਟਡ ਵੀਡੀਓ ਸੀਗੀ ਜਿਹਦੇ ਵਿੱਚ ਸਤਿੰਦਰ ਸਰਤਾਜ ਤੇ ਈਸ਼ਾ ਰਿੱਕੀ ਦੀ ਫਾਈਟ ਹੋ ਰਹੀ ਹੈ, ਤਾਂ ਉਹ ਇੱਕ ਕੰਪਲੀਟਲੀ ਸਕ੍ਰਿਪਟਡ ਵੀਡੀਓ ਸੀ। ਕਾਫੀ ਵਾਰੀ ਉਹ ਹਾਸਾ ਮਜ਼ਾਕ ਕਰਦੇ ਆ, ਬਟ ਇੱਕ ਜਗਬਾਣੀ ਚੈਨਲ ਨੇ ਉਹਨਾਂ ਨੂੰ ਬੜੇ ਘਟੀਆ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ। ਆਈ ਥਿੰਕ ਉਹੀ ਚੈਨਲ ਸੀਗਾ ਕਿ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਤਿੰਦਰ ਸਰਤਾਜ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗਈ। ਤਾਂ ਇਸ ਤਰੀਕੇ ਨਾਲ ਕੀ ਹੈ, ਮੈਂ ਅਨਲਾਈਕ ਤਾਂ ਇਹ ਲਗਾਇਆ ਕਿ ਉਹਦੇ ਵਿੱਚ ਇਹ ਚੀਜ਼ਾਂ ਕੀਤੀਆਂ ਜਾਂਦੀਆਂ, ਰਿਊਮਰਸ ਕੀਤੇ ਜਾਂਦੇ, ਸਕੈਂਡਲਸ ਕੀਤੇ ਜਾਂਦੇ, ਡਿਫੇਮਿੰਗ ਮੋਟਿਵ ਨਾਲ ਵੀਡੀਓ ਕ੍ਰੀਏਟ ਕੀਤੀ ਜਾਂਦੀ ਹੈ ਜਾਂ ਅਪਲੋਡ ਕੀਤੀ ਜਾਂਦੀ ਹੈ। ਸੋ ਇਹ ਚੀਜ਼ਾਂ ਵੈਬ ਦੇ ਵਿੱਚ ਹੁੰਦੀਆਂ, ਨਿਊਜ਼ਪੇਪਰ ਵਿੱਚ ਨਹੀਂ ਹੁੰਦੀਆਂ। ਰਿਜ਼ਲਟ ਕੀ ਹੈ, ਹੈਂਸ ਸੱਚ ਪਿਓਰੀਫਾਈਡ ਨੌਲੇਜ, ਜਦੋਂ ਆਪਾਂ ਨੂੰ ਇਹੋ ਜਿਹੀ ਪਿਓਰੀਫਾਈਡ ਨੌਲੇਜ ਮਿਲਦੀ ਹੈ ਜਾਂ ਐਕੂਰੇਟ ਨੌਲੇਜ ਮਿਲਦੀ ਹੈ ਜਾਂ ਰਿਲਾਇਬਲ ਨੌਲੇਜ ਮਿਲਦੀ ਹੈ, develops the transparency for the system among the scrutinizers। ਇਹਦੇ ਨਾਲ ਕੀ ਹੈ, ਜਿਹੜੇ ਸਕ੍ਰੂਟਨਾਈਜ਼ਰਸ ਕੌਣ ਹੁੰਦੇ, ਰੀਡਰਸ, ਜਿਹੜੇ ਡੀਪ ਰੀਡਰ ਕਰਦੇ ਨਾ, ਡੀਪਲੀ ਰੀਡਿੰਗ ਕਰਦੇ ਨਿਊਜ਼ਪੇਪਰ ਨੂੰ,
ਉਹਨਾਂ ਦੇ ਵਿਚਕਾਰ ਨਾ ਟਰਾਂਸਪੇਰੈਂਸੀ ਆਉਂਦੀ ਸਿਸਟਮ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਯਕੀਨ ਹੈ ਨਿਊਜ਼ਪੇਪਰ ਦੇ ਉੱਪਰ ਕਿ ਜਿਹੜੀ ਨਿਊਜ਼ਪੇਪਰ 'ਚ ਖਬਰ ਦੇਤੀ ਨਾ ਉਹ ਕੰਪਲੀਟਲੀ ਰਿਲਾਇਬਲ ਹੈ, ਆਪਾਂ ਇਹ ਤੇ ਯਕੀਨ ਕਰ ਸਕਦੇ ਹਾਂ। ਤੇ ਜਦੋਂ ਸਰਕਾਰ ਨਾਲ ਰਿਲੇਟਡ ਖਬਰ ਆਊਗੀ ਤਾਂ ਡੈਫੀਨੇਟਲੀ ਸਰਕਾਰ ਦੇ ਕੰਮਾਂ ਕਾਰਾਂ ਬਾਰੇ ਲੋਕਾਂ ਨੂੰ ਪਤਾ ਲੱਗੂਗਾ, ਤਾਂ that will develop the transparency for the system among the scrutinizers. Okay, example ਦੇਖੋ ਇਹਦੀ, had my cousin for instance not had the habit of reading the newspaper, ਵੀ ਜੇ ਮੇਰੇ cousin ਦੇ ਵਿੱਚ ਅਖਬਾਰ ਪੜ੍ਹਨ ਦੀ ਆਦਤ ਨਾ ਹੁੰਦੀ, he would not have been provided with the essential general knowledge for the exam. ਤੈਨੂੰ ਐਗਜ਼ਾਮ ਦੇ ਲਈ ਜਨਰਲ ਨੌਲੇਜ ਨਾ ਮਿਲਦੀ ਜਿਹੜੀ ਜ਼ਰੂਰੀ ਸੀਗੀ, ਤਾਂ ਆਪਾਂ ਇੱਥੇ ਰਿਲਾਇਬਲ ਨੌਲੇਜ ਵੀ ਕਹਿ ਸਕਦੇ ਹਾਂ, ਐਕੂਰੇਟ ਨੌਲੇਜ ਵੀ ਕਹਿ ਸਕਦੇ ਹਾਂ, ਜ਼ਰੂਰੀ ਨੌਲੇਜ ਵੀ ਕਹਿ ਸਕਦੇ ਹਾਂ। ਅਖਬਾਰ ਦੇ ਵਿੱਚ ਜੋ ਕੁਝ ਉਹਨੂੰ ਮਿਲਿਆ ਤਾਂ ਉਹਨੂੰ ਸਹੀ ਮਿਲਿਆ, ਠੀਕ ਹੈ। ਹਾਲਾਂਕਿ ਇੰਟਰਨੈਟ ਤੇ ਉਹਦੀ ਨਾਲ ਜਿਹੜੀ ਵੀ ਖਬਰ ਲੈਂਦਾ ਤਾਂ ਉਹ ਗਲਤ ਹੋ ਸਕਦੀ। ਤਾਂ ਇਸ ਹਿੱਸੇ ਦੇ ਵਿੱਚ ਮੈਂ ਇਹਨੂੰ ਲੋਕਾਂ ਦੇ ਪੱਖ ਤੋਂ ਗੱਲ ਕੀਤੀ, ਠੀਕ ਹੈ। ਸਕੂਲ ਆਫ ਥਾਟ ਇੰਪਲਾਈਜ਼, ਓਕੇ, ਕੁਝ ਲੋਕ ਇਹ ਸੋਚਦੇ contrarily an online network is unbeatable in terms of rapid approach towards daily occurrences. ਹੁਣ ਆਪਾਂ ਆ ਗਏ ਲੈਟ ਰਿਵਿਊ ਵੱਲ। ਲੈਟ ਰਿਵਿਊ ਮਤਲਬ ਕੀ ਆਪਣਾ, ਜਿਹਨੂੰ ਆਪਾਂ ਸੋਚਦੇ ਹਾਂ। ਇਹਦੇ ਅੱਗੇ ਮੈਂ ਕੁਝ ਲੋਕਾਂ ਦੀ ਗੱਲ ਨਹੀਂ ਕੀਤੀ ਹੈ, ਸਿੱਧਾ ਲਾਈਨ ਸਟਾਰਟ ਕੀਤੀ ਹੈ। ਜੇ ਮੈਂ ਸਿੰਪਲੀ ਲਾਈਨ ਸਟਾਰਟ ਕੀਤੀ ਇਟ ਮੀਨਸ ਇਹਨੂੰ ਮੈਂ ਕਹਿ contrarily an online network is unbeatable in terms of rapid approach towards daily occurrences. ਜਿਹੜਾ ਆਨਲਾਈਨ ਨੈਟਵਰਕ ਹੈ, ਕਹਿ ਲਓ ਇੰਟਰਨੈਟ ਹੈ, ਉਹ ਸਪੀਡ ਦੇ ਮਾਮਲੇ ਵਿੱਚ ਅਨਬੀਟੇਬਲ ਹੈ, ਕਿਉਂਕਿ ਉਹ ਡੇਲੀ ਜਿਹੜੀਆਂ ਹੈਪਨਿੰਗਸ ਹੁੰਦੀਆਂ, ਡੇਲੀ ਓਕਰੈਂਸਸ ਹੁੰਦੀਆਂ, ਉਹ ਆਪਾਂ ਨੂੰ ਸਕਿੰਟਾਂ ਵਿੱਚ ਪਹੁੰਚਾ ਦਿੰਦਾ ਆਪਣੇ। ਮੰਨ ਲਓ ਸ਼ਹਿਰ ਦੇ ਕਿਸੇ ਮੋੜ ਤੇ ਐਕਸੀਡੈਂਟ ਹੋਇਆ ਤਾਂ ਨਾਲ ਦੀ ਨਾਲ ਕਿਸੇ WhatsApp ਗਰੁੱਪ ਦੇ ਵਿੱਚ ਜਾਂ ਕਿਸੇ ਸਟੇਟਸ ਵਿੱਚ ਆ ਜਾਊਗਾ ਕਿਤੇ ਬਾਰਿਸ਼ ਹੋ ਰਹੀ ਹੈ, ਇੱਕ ਨਿਊਜ਼ਪੇਪਰ ਤੁਹਾਨੂੰ 24 ਘੰਟੇ ਬਾਅਦ ਦੱਸੂਗਾ। ਮੈਂ ਮੈਂਸ਼ਨ ਕੀਤਾ ਅੱਗੇ, since technological advancement has enhanced the velocity of life, ਜਿਵੇਂ ਕਿ ਜਿਹੜੀਆਂ ਟੈਕਨੋਲੋਜੀਕਲ ਐਡਵਾਂਸਮੈਂਟ ਹੈ ਉਹਨੇ ਜ਼ਿੰਦਗੀ ਦੀ ਵੈਲੋਸਿਟੀ ਨੂੰ ਵਧਾ ਦਿੱਤਾ। ਵੈਲੋਸਿਟੀ ਮੀਨਸ ਸਪੀਡ। the field of imparting the information is no exception. ਤਾਂ ਇਹਦੇ ਤੋਂ ਜਿਹੜੀ ਇਨਫੋਰਮੇਸ਼ਨ ਦੀ ਫੀਲਡ ਹੈ ਉਹ ਵੀ ਬਚੀ ਨਹੀਂ ਗਈ। ਮੈਂ ਆਈ ਥਿੰਕ ਕਿਤੇ ਯੂਜ਼ ਕੀਤਾ ਸੀ ਪਿਛਲੇ ਟਾਸਕ ਵਿੱਚ। the field of imparting the information is no exception as national or international news reaches a person abruptly, ਕਿਉਂਕਿ ਜਿਹੜੀ ਇੱਥੇ ਨੈਸ਼ਨਲ ਹੈ ਤੇ ਇੰਟਰਨੈਸ਼ਨਲ ਨਿਊਜ਼ ਹੈ ਪੂਰੀ ਤੇਜ਼ੀ ਨਾਲ ਆਉਂਦੀ। whereas ਇਹਦੇ ਉਲਟਾ ਆਪਾਂ ਗੱਲ ਕਰੀਏ, one has to wait for at least 24 hours in order to receive new updates through the newspaper. ਤਾਂ ਇੱਕ ਬੰਦੇ ਨੂੰ ਘੱਟੋ ਘੱਟ 24 ਘੰਟੇ ਵੇਟ ਕਰਨਾ ਪੈਂਦਾ, ਲਗਭਗ ਆਪਾਂ ਕਹਿ ਸਕਦੇ ਹਾਂ ਨਾ ਵੀ ਮੰਨ ਲਓ ਅੱਜ ਨਿਊਜ਼ ਪੜ੍ਹੀ ਤਾਂ ਵੀ ਨਿਊਜ਼ ਲਈ 24 ਘੰਟੇ ਵੇਟ ਕਰਨਾ ਪਊ। ਅਸੀਂ ਨਿਊ ਅਪਡੇਟਸ ਕਹਿ ਸਕਦੇ ਹਾਂ ਜਾਂ ਲੇਟੈਸਟ ਨਿਊਜ਼ ਕਹਿ ਸਕਦੇ ਹਾਂ ਨਾ ਥਰੂ ਦਾ ਨਿਊਜ਼ਪੇਪਰ। ਇੱਥੇ ਮੈਂ ਕੰਪੈਰੀਜ਼ਨ ਵੀ ਕਰਤਾ, ਉਹਨੂੰ ਐਕਸਪਲੇਨ ਵੀ ਕਰਤਾ ਸਪੀਡ ਨੂੰ, ਠੀਕ ਹੈ। ਤਾਂ therefore fast flow through the internet can prove beneficial in case of livestock marketing, ਠੀਕ ਹੈ। ਲਾਈਵਸਟੌਕ ਮਾਰਕੀਟਿੰਗ ਵੀ ਕਹਿ ਸਕਦੇ ਹਾਂ। ਤਾਂ ਹੁਣ ਉਹਦਾ ਰਿਜ਼ਲਟ ਕੀ ਹੋਊਗਾ ਰੈਪਿਡ ਅਪਰੋਚ। ਤਾਂ ਦੇਖੋ ਮੰਨ ਲਓ ਅਖਬਾਰ ਦੇ ਵਿੱਚ ਪੜ੍ਹ ਕੇ ਤੁਸੀਂ ਸਟਾਕ ਤੇ ਪੈਸਾ ਲਗਾ ਲਿਆ ਨਾ, ਤਾਂ ਉਹਦੀ ਨਵੀਂ ਅਪਡੇਟ ਤਾਂ 24 ਘੰਟੇ ਬਾਅਦ ਆਏਗੀ। ਤਾਂ ਇਸ ਲਈ ਤੁਹਾਨੂੰ ਇੰਟਰਨੈਟ ਦੀ ਹੈਲਪ ਲੈਣੀ ਪਊਗੀ। ਜੇਕਰ ਤੁਸੀਂ ਮੰਨ ਲਓ 12 ਵਜੇ ਕਿਹੜੇ ਚੇਂਜਸ ਆਏ ਆ, ਦੁਪਹਿਰੇ ਜਾਂ 1 ਵਜੇ ਕਿਹੜੇ ਚੇਂਜਸ ਆਏ ਆ, ਤਾਂ ਕਰਕੇ ਮੈਨੂੰ ਉਹਦੀ ਇੱਥੇ ਇਨਫੋਰਮੇਸ਼ਨ ਪਾਈ। fast flow through the internet can prove beneficial in case of live stock market changes. ਹਾਂਜੀ, ਇਹ ਸੀਗਾ ਆਪਣਾ ਲੈਟ ਰਿਵਿਊ ਜੋ ਕਿ ਇੰਟਰਨੈਟ ਦੇ ਫੇਵਰ ਵਿੱਚ ਸੀਗਾ। ਸਪੀਡ ਬਾਰੇ ਗੱਲ ਕੀਤੀ ਸੀ ਆਪਾਂ। BP3 ਦਾ ਲੈਟ ਰਿਵਿਊ ਦੇਖੋ ਅਗੇਨ, ਮੈਂ ਕਿਉਂਕਿ ਫਿਰ ਆਪਦੇ ਵਿਊ ਨੂੰ ਮੈਂ ਸਟਰੋਂਗਰ ਸ਼ੋ ਕਰਨਾ ਨਾ, ਤਾਂ ਲੈਟ ਰਿਵਿਊ ਦੇ ਬਾਰੇ 2 ਪੁਆਇੰਟਸ ਤਾਂ ਦੇਵਾਂਗਾ ਐਟਲੀਸਟ। ਤਾਂ besides the pace of exchanging information, pace ਮੈਨੇ ਅਗੇਨ ਸਪੀਡ ਆ ਗਿਆ। ਤਾਂ ਜਿਵੇਂ ਕਿ ਮੈਂ ਪਿਛਲੇ ਟਾਸਕ ਵਿੱਚ ਕੀਤਾ, ਤੁਸੀਂ ਹੁਣ ਆਈਡੀਆ ਲੈ ਸਕਦੇ ਹੋ ਕਿ ਮੈਂ ਕਿਸ ਤਰ੍ਹਾਂ ਦੀ ਫੋਲੋ ਕਰਦਾ। ਮੈਂ ਪੁਰਾਣੀ ਆਈਡੀਆ ਨੂੰ ਅੱਗੇ ਨਾਲ ਫੋਲੋ ਕੀਤਾ ਹੈ। ਸਾਈਬਰ ਸਪੇਸ ਕੰਸਿਸਟੈਂਸ ਦਾ ਇੱਥੇ ਮੈਂ ਕੋਈ ਉਹ ਨਹੀਂ ਪਾਇਆ ਹੈ। Besides the pace of exchanging information, cyberspace consists of the ability to lend unlimited inquiry. ਤਾਂ ਸਾਈਬਰ ਸਪੇਸ ਮਤਲਬ ਕਿ ਇੰਟਰਨੈਟ ਦੇ ਵਿੱਚ ਐਬਿਲਿਟੀ ਹੈ ਵੀ ਉਹ ਆਪਾਂ ਨੂੰ ਅਨਲਿਮਿਟਡ ਨੌਲੇਜ ਦੇ ਸਕਦਾ, ਅਨਲਿਮਿਟਡ ਐਕਵਾਇਰਿੰਗ ਦੇ ਸਕਦਾ ਹੈ।
इन कंपैरिजन हुण इत्थे मैं जदों एक्सप्लेन करन लग्या इस पॉइंट नूं तां मैं कोई कंजंक्शन नहीं यूज कीता तीजे पैराग्राफ विच या लास्ट पैराग्राफ विच आई डू नॉट यूज एनी टाइप ऑफ कंजंक्शन in comparison to the newspaper with limited content per day जेकर ਆਪਾਂ ਨਿਊਜ਼ਪੇਪਰ ਨਾਲ ਕੰਪੈਰੀਜ਼ਨ ਕਰੀਏ ਜਿਸ ਵਿੱਚ ਕਿ ਇੱਕ ਦਿਨ ਦੇ ਵਿੱਚ ਲਿਮਿਟਡ ਕੰਟੈਂਟ ਹੁੰਦਾ ਹੈ the web community possesses websites like encyclopedia wikipedia offering the access which is worldwide and undoubtedly difficult for one to obtain all the difficulty is impossible word भी ਆਪਾਂ यूज कर सकते हैं ਆਪਾਂ impossible word यूज ਕਰਾਂਗੇ जेकर ਆਪਾਂ ਕਹਿੰਦੇ newspaper ਨਾਲ ਦਾ ਕੰਪੈਰੀਜ਼ਨ ਕਰੀਏ the web community possesses websites the web community means ਇੰਟਰਨੈਟ ਦੇ ਵਿੱਚ ਇੰਨੀਆਂ ਕੁ ਵੈਬਸਾਈਟਸ ਹੁੰਦੀਆਂ ਜਿਵੇਂ ਕਿ encyclopedia ਤੇ wikipedia ਜੋ ਕਿ ਸਾਨੂੰ ਆਫਰ ਕਰਦੀਆਂ ਐਕਸੈਸ which is worldwide access ਆਪਾਂ ਨੂੰ ਆਫਰ ਕਰਦੀਆਂ and undoubtedly difficult for one to obtain all and undoubtedly impossible for one to obtain all ਇੱਕ ਬੰਦੇ ਲਈ ਬਹੁਤ ਡਿਫਿਕਲਟ ਹੋ ਜਾਂਦਾ ਸਾਰੀ ਇਨਫੋਰਮੇਸ਼ਨ obtain ਕਰਨਾ ਕਿ ਇੰਨੀ ਇਨਫੋਰਮੇਸ਼ਨ ਆਪਾਂ ਨੂੰ ਦੇ ਦਿੰਦਾ ਇੰਟਰਨੈਟ ਠੀਕ ਹੈ ਹਾਲਾਂਕਿ ਅਖਬਾਰ ਤੋਂ ਆਪਾਂ ਕਿੰਨਾ ਪੜ੍ਹ ਲਾਂਗੇ 20 ਖਬਰਾਂ 25 ਖਬਰਾਂ ਬਟ ਹਾਊ ਮੈਨੀ ਨੰਬਰਸ ਪਰ ਡੇ ਦੇ ਵਿੱਚ ਆਪਾਂ ਉਹਨੇ ਪੜ੍ਹ ਸਕਦੇ ਹਾਂ ਇੰਟਰਨੈਟ ਤੇ you have unlimited access to unlimited knowledge seriously okay even the news in the newspaper is observed from the internet ਤਾਂ ਮੈਂ ਹੋਰ emphasize ਕੀਤਾ ਆਪਦੇ ਆਈਡੀਆ ਨੂੰ ਆਪਣੇ ਕਿਵੇਂ ਕੀਤਾ ਕਿ ਅਖਬਾਰ ਵਿੱਚ ਜਿਹੜੀਆਂ ਖਬਰਾਂ ਨਾ ਉਹ ਵੀ ਇੰਟਰਨੈਟ ਤੋਂ ਲਈਆਂ ਜਾਂਦੀਆਂ ਠੀਕ ਹੈ A recent survey revealed that 75% of the readers have inculcated the tendency of learning through online material. ਤਾਂ ਆਪਾਂ ਗੱਲ ਕਰੀਏ ਕਿ ਜਿਹੜੇ 75% ਰੀਡਰਸ ਆ ਨਾ ਉਹਨਾਂ ਨੇ ਆਪਣੀ ਫਿਤਰਤ ਬਣਾਈ ਹੈ ਕਿ ਉਹ ਹੁਣ ਆਨਲਾਈਨ ਮਟੀਰੀਅਲ ਦੇ ਥਰੂ ਲਰਨਿੰਗ ਕਰਨ ਰੀਡਰਸ ਹੈਵ ਇਨਕਲਕੇਟਡ the tendency of learning through online material. ਇੱਕ ਰੀਸੈਂਟ ਸਰਵੇ ਨੇ ਗੱਲ ਰਿਵੀਲ ਕੀਤੀ ਹੈ ਸੋ ਆਪਣਾ BP1 ਫਾਰਮਰ ਰਿਵਿਊ ਸੀਗਾ ਆਪਾਂ ਨਿਊਜ਼ਪੇਪਰ ਬਾਰੇ ਗੱਲ ਕੀਤੀ ਹੈ ਮੈਨੂੰ ਆਪੋਜ਼ਿਟ ਤਾਂ ਮੰਨਿਆ ਕਿਉਂਕਿ ਮੈਂ ਦੇ ਫੇਵਰ 'ਚ ਹੈ ਨਹੀਂ ਸੀਗਾ ਬਟ ਤਾਂ ਕਰਕੇ ਇਹਨੂੰ ਮੈਂ ਲੋਕਾਂ ਦੇ ਬਿਹਾਫ ਤੋਂ ਲਿਖਿਆ ਹੈਗਾ ਤਾਂ ਉਸ ਤੋਂ ਬਾਅਦ ਲੈਟ ਰਿਵਿਊ ਠੀਕ ਹੈ ਲੈਟ ਰਿਵਿਊ ਦੇ ਵਿੱਚ ਮੈਂ ਆਪਣੀ ਗੱਲ ਕੀਤੀ ਹੈ ਕਿ ਹੁਣ ਮੈਨੂੰ ਫੇਵਰ ਕਰਦਾ ਪਿਆ ਲੈਟ ਰਿਵਿਊ ਨੂੰ ਹਾਲਾਂਕਿ ਉੱਥੇ ਡਿਸਕਸ ਬਹੁਤ ਵਿਊ ਸੀਗਾ ਮੈਂ ਦੋਵਾਂ ਨੂੰ ਡਿਸਕਸ ਕਰਨੇ ਕਰਕੇ ਮੈਂ ਪੁਰਾਣਾ ਰਿਵਿਊ डिस्कस किया प्रॉपर्ली लेटर रिव्यू में मैं थोड़ा ज्यादा ये दो पॉइंट रखे हैं ज्यादा वर्ड्स दिते हैं जिवें कि लेटर रिव्यू अपना तीसरा व्यू है एक भी मैं लेटर की गल की इंटरनेट के फेवर दे विच इत्थे मैं अनलिमिटेड इंक्वायरिंग की गल की है कंक्लूजन देखो जी इंपॉर्टेंट पार्ट है भी अपने ऐसे दा इन रिकैप्चुलेशन although publishers give trustworthy news to the readers ठीक है जेकर ਆਪਾਂ ਭਾਵੇਂ ਜਿਹੜੇ ਪਬਲਿਸ਼ਰਸ ਹੈਗੇ ਆ ਉਹ ਟਰਸਟਵਰਦੀ ਨਿਊਜ਼ ਦਿੰਦੇ ਆ ਰੀਡਰਸ ਨੂੰ owing to not only speedy passing but also ceaseless allowance of content ਪਰ ਮੇਰਾ ਆਟੋਮੈਟਿਕਲੀ ਕੌਮੇ ਨਾਲ ਲੱਗ ਚੁੱਕਿਆ owing to not only speedy passing but also ceaseless allowance of content I find the internet to be far more convincing ਤਾਂ ਮੈਂ ਇੰਟਰਨੈਟ ਨੂੰ ਜ਼ਿਆਦਾ ਕਨਵਿੰਸਿੰਗ ਮੰਨਦਾ ਕਿਉਂਕਿ ਸਪੀਡੀ ਪਾਸਿੰਗ ਤੇ ਸੀਜ਼ਲੈਸ ਅਲਾਉੈਂਸ ਆਫ ਕੰਟੈਂਟ ਤੇ ਜਿਹੜਾ ਕੰਟੈਂਟ ਮਿਲਦਾ ਇਹਦੇ ਵਿੱਚੋਂ ਉਹ ਸੀਜ਼ਲੈਸ ਮਤਲਬ ਕਿ ਉਹਦੀ ਕੋਈ ਸੀਮਾ ਨਹੀਂ ਕਿ ਉਹਨੂੰ ਕੋਈ ਰੋਕ ਨਹੀਂ ਸਕਦਾਗਾ ਉਹ ਜਿਹੜਾ ਇਸ ਕਰਕੇ ਮੈਂ ਇੰਟਰਨੈਟ ਨੂੰ ਫਾਰ ਮੋਰ ਕਨਵਿੰਸਿੰਗ ਮੰਨਦਾ ਆਈ ਹੋਪ ਤੁਸੀਂ ਐਸੇ ਵਿੱਚੋਂ ਬਹੁਤ ਕੁਝ ਲਰਨ ਕੀਤਾ ਹੋਊਗਾ ਬਹੁਤ ਵੋਕੈਬਲਰੀ ਲਰਨ ਕੀਤੀ ਹੋਊਗੀ ਕਾਫੀ ਤਰ੍ਹਾਂ ਦੀਆਂ ਲਾਈਨਸ ਤੇ ਕਾਫੀ ਤਰ੍ਹਾਂ ਦੇ ਆਈਡੀਆਸ ਤੁਹਾਡੇ ਡਿਵੈਲਪ ਹੋਏ ਹੋਣਗੇ ਤੇ ਉਮੀਦ ਕਰਦਾ ਕਿ ਤੁਸੀਂ ਅੱਗੇ ਤੋਂ ਵੀ ਸਾਡੀ ਵੀਡੀਓ ਵੇਖਣ ਲਈ ਬੇਕਰਾਰ ਹੋਵੋਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਵਰਦੀ ਕਮੈਂਟਸ ठीक है जरूर इत्थे भेजो ते इस ऐसे विच देखदे हां कि तुहानू की कुछ ग्रैब हुंदा है तां उवें असीं नेक्स्ट एग्जाम जेड़ा भी होगा 24 दा आई थिंक एग्जाम yes it is of 24th and I will again solve the answer for you stay tuned and keep sharing our videos that is really very important for us nowadays thank you students hope you enjoy the video